हाँ जी, गुड मॉर्निंग साਰਿਆਂ ਨੂੰ। ਆਪਾਂ ਅੱਜ ਹਾਊਸ ਪ੍ਰਾਪਰਟੀ ਚੈਪਟਰ ਦਾ ਨੂਮੈਰੀਕਲ ਪੋਰਸ਼ਨ ਜੋ ਪੈਂਡਿੰਗ ਹੈ ਥੋੜਾ ਜਿਹਾ ਉਹ ਆਪਾਂ ਕਰਨ ਲੱਗੇ ਹਾਂ। ਅੱਜ ਆਪਾਂ ਨੇ ਦੇਖੋ ਲਾਸਟ ਕਲਾਸ ਦੇ ਵਿੱਚ ਆਪਾਂ ਨੇ ਨਾ ਇਲਸਟ੍ਰੇਸ਼ਨ ਨੰਬਰ 14 ਡਿਸਕਸ ਕੀਤੀ ਸੀ ਜੋ ਕਿ ਆਪਣੀ ਕੋ ਓਨਰਸ ਦੀ ਟ੍ਰੀਟਮੈਂਟ ਦੇ ਨਾਲ ਰਿਲੇਟਡ ਸੀਗੀ। ਅੱਜ ਆਪਾਂ ਕੁਝ ਨਾ ਇਸ ਤਰ੍ਹਾਂ ਦੇ ਟੌਪਿਕ ਕਰਨੇ ਆ ਜਿਵੇਂ ਕਿ ਕੁਝ ਨਾ ਇੰਪੋਰਟੈਂਟ ਜਿਹੇ ਪੁਆਇੰਟਸ ਹੁੰਦੇ ਆ ਜਿਹੜੇ ਤੁਹਾਨੂੰ ਮੈਂ ਪ੍ਰੈਕਟਿਸ ਤੌਰ ਤੇ ਆਪਾਂ ਜਿਵੇਂ ਨੂਮੈਰੀਕਲ ਸੋਲਵ ਕਰਦੇ ਹਾਂ ਉਸ ਤਰੀਕੇ ਨਾਲ ਆਪਾਂ ਅੱਜ ਪ੍ਰੈਕਟਿਸ ਦੇ ਤੌਰ ਤੇ ਨੂਮੈਰੀਕਲ ਜਿਹੜੇ ਆ ਸੋਲਵ ਕਰਨ ਲੱਗੇ ਹਾਂ। ਠੀਕ ਹੈ ਜੀ। ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੋਲਵ ਕਰਨ ਦਾ ਜਿਹੜਾ ਤਰੀਕਾ ਹੈ ਉਹ ਦੱਸ ਰਿਹਾ ਇਲਸਟ੍ਰੇਸ਼ਨਾਂ ਦੇ ਥਰੂ। ਇੱਕ ਦੋ ਚਾਰ ਆਪਾਂ ਕੁਐਸਚਨ ਨੂਮੈਰੀਕਲ ਅਨਸੋਲਵਡ ਕੁਐਸਚਨ ਸੋਲਵ ਕਰਾਂਗੇ। ਫਿਰ ਇਸ ਤੋਂ ਬਾਅਦ ਤੁਸੀਂ ਕੀ ਹੈ ਕੰਟੀਨਿਊਸ ਆਪਣੀ ਪ੍ਰੈਕਟਿਸ ਜਿਹੜੀ ਹੈ ਉਹ ਰੱਖ ਸਕਦੇ ਹੋ। ਜੇਕਰ ਇਨ ਬਿਟਵੀਨ ਕਿਸੇ ਦਾ ਵੀ ਕੋਈ ਡਾਊਟ ਆਇਆ ਤਾਂ ਯੂ ਕੈਨ ਆਸਕ ਮੀ ਐਟ ਐਨੀ ਟਾਈਮ ਇਨ ਦਾ ਕਲਾਸ ਔਰ ਐਨੀ ਅਦਰ ਟਾਈਮ, ਯਾਨੀ ਕਿ ਐਕਸਟਰਾ ਟਾਈਮ ਦੇ ਵਿੱਚ ਵੀ ਤੁਸੀਂ ਮੇਰੇ ਤੋਂ ਡਾਊਟਸ ਹੈ ਜਿਹੜੇ ਉਹ ਕਲੀਅਰ ਕਰ ਸਕਦੇ ਹੋ। ਤਾਂ ਆਪਾਂ ਜਿਹੜਾ ਕੁਐਸਚਨ ਇਲਸਟ੍ਰੇਸ਼ਨ ਨੰਬਰ ਸਟਾਰਟ ਕਰਨ ਲੱਗੇ ਦੈਟ ਇਜ਼ ਇਲਸਟ੍ਰੇਸ਼ਨ ਨੰਬਰ 17। ਠੀਕ ਹੈ, ਵੈਸੇ ਤਾਂ ਤੁਸੀਂ ਇਹ ਆਰਾਮ ਨਾਲ ਸੋਲਵ ਕਰ ਸਕਦੇ ਹੋ ਪਰ ਸਟਿਲ ਇਲਸਟ੍ਰੇਸ਼ਨ ਨੰਬਰ 17 ਮੈਂ ਫਿਰ ਵੀ ਤੁਹਾਨੂੰ ਚਲੋ ਇੱਕ ਛੋਟਾ ਜਿਹਾ ਨੂਮੈਰੀਕਲ ਹੈ ਤੁਹਾਨੂੰ ਕਰਵਾ ਦਿੰਦਾ। ਦੇਖੋ ਧਿਆਨ ਨਾਲ, ਆਪਣੇ ਕੋਲ ਉਹਨਾਂ ਨੇ ਕਿਹਾ ਹੈ Mr. Seema Patri owns a house property at Cochin. It consists of 3 independent units. ਤਾਂ ਦੇਖੋ ਜਦੋਂ ਆਪਾਂ ਨੂੰ ਪਤਾ ਚੱਲ ਗਿਆ ਵੀ ਸਾਡੇ ਕੋਲ 3 ਇੰਡੀਪੈਂਡੈਂਟ ਯੂਨਿਟਸ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਕੀ ਹੈ ਇਸ ਤਰ੍ਹਾਂ ਲਾਈਨਸ ਮਾਰ ਲੈਂਦੇ ਹਾਂ। ਤੁਸੀਂ ਐਗਜ਼ਾਮ ਦੇ ਵਿੱਚ 1 ਬਾਈ 1 ਸੋਲਵ ਕਰਦੇ ਰਹਿਣਾ। ਮੈਨੇ ਇੱਥੇ ਆ ਲਾਈਨਸ ਮਾਰ ਲਈਆਂ। ਠੀਕ ਹੈ, ਨੈਕਸਟ ਆਪਣੇ ਕੋਲ ਉਹਨਾਂ ਨੇ ਲਿਖਤਾ ਕਹਿੰਦੇ ਜੀ ਉਹ ਕਹਿੰਦੇ ਫਸਟ ਜਿਹੜਾ ਯੂਨਿਟ ਹੈ ਕਹਿੰਦੇ ਉਸ ਨੂੰ ਓਨ ਰੈਜ਼ੀਡੈਂਸ ਵਾਸਤੇ ਯੂਜ਼ ਕੀਤਾ ਜਾ ਰਿਹਾ ਹੈ। ਇੱਥੇ ਆਪਾਂ ਲਿਖ ਲੈਂਦੇ ਹਾਂ ਯੂਨਿਟ ਨੰਬਰ 1, ਉਰੇ ਆਪਾਂ ਲਿਖ ਲੈਂਦੇ ਹਾਂ ਯੂਨਿਟ ਨੰਬਰ 2, ਉਰੇ ਆਪਾਂ ਲਿਖ ਲੈਂਦੇ ਹਾਂ ਜੀ ਯੂਨਿਟ ਨੰਬਰ 3। ਤਾਂ ਆਪਣੇ ਕੋਲ ਟੋਟਲ ਕਿੰਨੇ ਯੂਨਿਟਸ ਹੈ? 3 ਯੂਨਿਟਸ ਹੈ। ਪਹਿਲਾ ਯੂਨਿਟ ਹੈ ਜਿਹੜਾ ਉਹ ਹੈਗਾ ਜੀ ਓਨ ਰੈਜ਼ੀਡੈਂਸ। ਓਨ ਰੈਜ਼ੀਡੈਂਸ ਦਾ ਕੀ ਮਤਲਬ ਹੁੰਦਾ ਹੈ? ਸੈਲਫ ਆਕੂਪਾਈਡ। ਨੈਕਸਟ ਹੈਗਾ ਜੀ ਆਪਣਾ ਅਗਲਾ ਲੈਟ ਆਊਟ। ठीक है, अगला की अपना लेट आउट। तीसरा की अपना ओन बिजनेस, अपना आपके बिजनेस पर्पस लिए आप की कर रहे हैं उसको यूज कर रहे हैं। तो नेक्स्ट अपने को आ गया देखो MRV गिवन है 1,20,000 रुपये, FRV गिवन है 1,32,000 रुपये, रेंट गिवन है कहते अपने को जो रेंट गिवन है वो है जी अपने को स्टैंडर्ड रेंट गिवन है 1,08,000 रुपये, रेंट गिवन है अपने को 3500 रुपये पर एनम। अनरियलाइज्ड रेंट की है, अनरियलाइज्ड रेंट है अपना 3 मंथ्स का। ठीक है जी, अनरियलाइज्ड रेंट की है 3 मंथ्स का। गल समझ आ गई। फिर उस तो बाद रिपेयर्स है, इंश्योरेंस है, इंटरेस्ट ऑन मनी बोरोड फ्रॉम द कंस्ट्रक्शन ऑफ द प्रॉपर्टी, म्यूनसिपल टैक्सेस 14,400 रुपये, डेट ऑफ कंप्लीशन ऑफ द हाउस इज 1/11/2015। ਤਾਂ ਡੇਟ ਆਫ ਕੰਪਲੀਸ਼ਨ ਆਪਣੇ ਕੋਲ ਕਿਹੜੀ ਹੈ ਜੀ 1/11/2015। ਮੈਂ ਤੁਹਾਨੂੰ ਇੱਕ ਡੇਟ ਯਾਦ ਕਰਵਾਈ ਸੀ 1/4/2016। ਅਗਰ ਘਰ ਇਸ ਡੇਟ ਤੋਂ ਬਾਅਦ ਕੰਪਲੀਟ ਹੋਇਆ ਹੈ ਤਾਂ ਹੀ ਪ੍ਰੀ ਕੰਸਟਰਕਸ਼ਨ ਪੀਰੀਅਡ ਦੇ ਵਿਆਜ ਦੀ ਰਿਡਕਸ਼ਨ ਆਪਾਂ ਨੂੰ ਆਪਣੇ ਪ੍ਰੀਵੀਅਸ ਈਅਰ ਦੇ ਵਿੱਚ ਮਿਲੂਗੀ। ਅਦਰਵਾਈਜ਼ ਪ੍ਰੀ ਕੰਸਟਰਕਸ਼ਨ ਪੀਰੀਅਡ ਦੇ ਵਿਆਜ ਦੀ ਰਿਡਕਸ਼ਨ ਆਪਾਂ ਨੂੰ ਨਹੀਂ ਮਿਲੂਗੀ। ਗੱਲ ਸਮਝ ਆ ਗਈ। ਤਾਂ ਇਟ ਮੀਨਸ ਕੀ ਹੋਇਆ ਆਹ ਡੇਟ ਕੀ ਹੈ ਇਸ ਡੇਟ ਤੋਂ ਪਹਿਲਾਂ ਆ ਗਈ। पहला मतलब जे क्वेश्चन च प्री कंस्ट्रक्शन पीरियड के ब्याज की कोई गल हुई तो उन्होंने आप कंसीडर नहीं करना। जोड़ा अपन इन्होंने ब्याज दिता हुआ है वो अपन इन्होंने जो ब्याज गिवन है वो करंट ईयर का गिवन है क्योंकि अपन किते भी नहीं लिखा कि दिस इंटरेस्ट इज फॉर बिफोर द कंस्ट्रक्शन ऑफ द प्रॉपर्टी कि यह जो ब्याज है कंस्ट्रक्शन प्रॉपर्टी की कंस्ट्रक्शन तो पहला है किते भी नहीं लिखा। इस करके आप की करेंगे अपन क्वेश्चन गिवन ही नहीं आप इस डेट को भी कर देंगे इग्नोर कर देंगे। गल समझ आ गई। नेक्स्ट अपने को आ गया MRV और FRV विच एवर इज हायर। विच एवर इज हायर मतलब देखो सब तो पहला तो की है ना उन्होंने क्या एक हाउस प्रॉपर्टी है वो 3 इंडिपेंडेंट यूनिट, ਇਹਦਾ मतलब एक हाउस प्रॉपर्टी है वो 3 इंडिपेंडेंट यूनिट है। ਇਹਦਾ मतलब ਤਿੰਨੇ ਕੀ है 1/3 ਦੇ 1/3 1/3 1/3। इस करके फर्स्ट यूनिट भी 1/3 है, सेकंड यूनिट भी 1/3 है और थर्ड यूनिट भी 1/3 है। इट मीन्स की है
जो अपने को MRV गिवन है, FRV गिवन है, SR गिवन है, SR गिवन है, ये तीनों चीज़ां आप की करांगे 1/3 ਦੇ ਵਿੱਚ डिवाइड कर देंगे। यानी कि सब तो पहला आप पहला की कर देंगे 1/3 कर देंगे। तो देखो सब तो पहली जी प्रॉपर्टी है वो हैगी है जी अपनी सैल्फ ऑक्यूपाइड, जिहदे अपने को GAV की होंगी है निल, GAV की होंगी है निल, माइनस म्यूनसिपल टैक्सेस, म्यूनसिपल टैक्सेस भी की होंगे अपने को निल। उस तो बाद की आ जाता है NAV, NAV की भी की होंगी है निल, माइनस डिडक्शन अंडर सेक्शन 24। उस तो बाद आ गया अपने को स्टैंडर्ड डिडक्शन, स्टैंडर्ड डिडक्शन कितनी आ गई 30% ऑफ NAV, 30% ऑफ NAV यानी कि आ गया निल आ गया, माइनस इंटरेस्ट ऑन लोन, माइनस इंटरेस्ट ऑन लोन कितना आ गया इंटरेस्ट ऑन लोन जी अपने को सारे साल का जो ब्याज है प्रॉपर्टी का वो है 96,000 रुपया डिवाइड बाय 3, 96,000 डिवाइड बाय 3 तो अपने को कितना आ गया है 32,000 रुपया। तो उस तो बाद अपने को जो मैं क्या सी कि सैल्फ ऑक्यूपाइड हाउस प्रॉपर्टी के केस हमेशा अपन लॉस होता है, तो सिमिलरली इत्थे भी अपने को की आ गया लॉस फ्रॉम हाउस प्रॉपर्टी, लॉस फ्रॉम हाउस प्रॉपर्टी अपने को कितना आ गया जी माइनस दे विच 32,000 रुपया, माइनस दे विच की आ गया अपने को 32,000 रुपया। इज इट क्लियर? ठीक है जी। नेक्स्ट अपने को आ गया लेट आउट हाउस प्रॉपर्टी। ठीक है, लेट आउट हाउस प्रॉपर्टी के केस च ਆਪਾਂ सब तो पहला की करते हैं GAV कैलकुलेट करते हैं। GAV कैलकुलेट करने का ਜਿਹੜਾ वे है ਇੱਥੇ ਆਪਾਂ ਇੱਕ ਲਗਾ ਲੈਂਦੇ ਆ स्टार और ਆਪਾਂ नीचे की कर देंगे GAV ਨੂੰ 100। ठीक है, ਹੁਣ सब तो पहला उन्होंने ਆਪਾਂ ਨੂੰ ਕਿਹਾ ਕਹਿੰਦੇ MRV और FRV whichever is higher। देखो सब तो पहला ਤਾਂ ਆਪਾਂ MRV ਦੇਖਾਂਗੇ, MRV कितनी अपने को 1,20,000 डिवाइड बाय 3 यानी कि टोटल कितना आ गया अपने को 40,000। FRV कितनी है 1,32,000 रुपया डिवाइड बाय 3 ये आ गया अपने को 44,000 रुपया। whichever is higher, whichever is higher कितना आ गया अपने को 44,000, 44,000 और SR कितनी लवांगे अपन 1,08,000 डिवाइड बाय 3 36,000 रुपया आ गया। whichever is lower 36,000 रुपया, whichever is lower is 36,000, whichever is lower is 36,000। ठीक है जी। उस तो बाद अपने को आ गया नेक्स्ट whichever is lower is 36,000, तो यानी कि अपने को whichever is lower 36,000 आ गया। ਹੁਣ 36,000 is compared with 36,000 is compared with the एक्चुअल रेंट। हाँ जी, एक्चुअल रेंट में एक गल दसो 3500 रुपया आपको मिल रहा है एक महीने मगर। ठीक है जी, 35,000 रुपया आपको मिल रहा है एक महीने मगर। मैंने कहा सी कि अनरलाइज रेंट पहला घटा के फिर उस तो बाद आप की करना होता है उसका कंपैरिजन करना होता है। गल समझ गए? फिर उस तो बाद आप की होगा जी whichever is lower आई है उन्हें की करना होता है कंपैरिजन करना होता है। तो आप की करांगे पहला ये विचों अनरलाइज रेंट जोड़ा है 3 महीने का वो माइनस कर, गल समझ आ गई? अनरलाइज रेंट की कर देंगे आप 3 महीने का माइनस कर देंगे। तो इस तरीके के नाल अनरलाइज रेंट जोड़ा है जो आप माइनस करता तो हम देखो की बनया 35,000 गुना 9। आप मतलब सीधा की करना है, कैलकुलेशन करने की जरूरत नहीं, आपको साफ दिख रहा है कि 3500 तो सेम ही है, 12 च 3 घटाए 9 तो 3500 आप 9 नाल गुना करना है। 3500 ਨੂੰ 10 ਨਾਲ ਗੁਣਾ ਕਰਦੇ ਤਾਂ ਆਪਣੇ ਕੋਲ 35,000 ਆ ਜਾਂਦਾ, ਪਰ ਜਦੋਂ ਹੁਣ ਆਪਾਂ 3500 ਨੂੰ 9 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ 31,500 ਰੁਪਿਆ। ਇਹ ਆਪਣੇ ਕੋਲ ਕੀ ਆ ਗਿਆ ਜੀ AR। ਹੁਣ SR और AR whichever is higher, whichever is higher is GAV, is GAV। ਇਹਦਾ ਮਤਲਬ 36,000 ਰੁਪਏ ਆਪਣੀ ਕੀ ਆ ਗਈ GAV ਆ। ਇਹਨੂੰ ਤੁਸੀਂ ਸਾਰੇ ਨੂੰ ਨੀਚੇ ਸੋਲਵ ਕਰਕੇ ਦਿਖਾਉਣਾ ਹੈ क्वेश्चन में। ठीक है, GAV आ गई, गल क्लियर हो गई। ਹੁਣ ਇੱਥੇ ਆਪਾਂ ਲਿਖ ਦਾਂਗੇ ਨੋਟ ਨੰਬਰ 1 ਕਿਉਂਕਿ ਤੁਸੀਂ ਉਹ ਨੋਟ ਨੰਬਰ 1 ਇੱਥੇ ਸੋਲਵ ਕੀਤਾ ਹੈ, ਨੀਚੇ ਸੋਲਵ ਕੀਤਾ ਹੈ। ਨੈਕਸਟ ਆਪਣੇ ਕੋਲ ਇਹਦੇ ਵਿੱਚ ਆ ਜਾਂਦਾ ਹੈ, ਚਲੋ ਇਹ ਕੈਲਕੂਲੇਟ ਹੋ ਗਿਆ ਮਾਈਨਸ म्यूनसिपल टैक्सेस, माइनस
म्यूनसिपल टैक्सेस कितने हैं 14400 डिवाइड बाय 3 4 उस तो बाद आ गया अपने को 800 ਇਹਦਾ मतलब म्यूनसिपल टैक्सेस कितने आ गए अपने को 4800 रुपए म्यूनसिपल टैक्सेस कितने आ गए 4800 रुपए ਜਦੋਂ ਆਪਾਂ ਇਸ ਦੀ ਮਾਈਨਸ ਕਰਾਂਗੇ ਤਾਂ ਐਨਏਵੀ ਕਿੰਨੀ ਆ ਗਈ ਆਪਣੇ ਕੋਲ 31000 ਤੇ 200 ਰੁਪਿਆ ਕਿੰਨਾ ਆ ਗਿਆ 31000 ਤੇ 200 ਰੁਪਿਆ ਮਾਈਨਸ डिडक्शन अंडर सेक्शन 24 स्टैंडर्ड डिडक्शन कितनी है 30% ऑफ एनएवी 30% ऑफ एनएवी ਇਹਦੀ ਕਿੰਨੀ ਆ ਜੂਗੀ ਆਪਣੇ ਕੋਲ ਇਹਦੀ ਆ ਜੂਗੀ ਜੀ 9360 ਰੁਪਏ ठीक है कितनी आ जूगी 9360 रुपये क्योंकि देखो 3 गुणा 3 9 120 गुणा 3 360 तो कितना आ गया 9360 माइनस इंटरेस्ट ऑन लोन माइनस इंटरेस्ट ऑन लोन कितना आ जाएगा अपने को जितना पहला सी 96000 डिवाइड बाय 3 कितना आ जाएगा 32000 रुपया तो पूरे 32000 रुपया हो माइनस कर देंगे आ दोनों चीज़ें माइनस हो गई नेट अपने को की बचा लॉस फ्रॉम हाउस प्रॉपर्टी की बचा लॉस फ्रॉम हाउस प्रॉपर्टी कितना लॉस बचा वो देखते हैं आप देखो सब तो पहला 31200 ਦੇ ਵਿੱਚੋਂ 93660 ਰੁਪਏ ਘਟਾਉਣੇ ਹੈ ਪਰ ਇੱਕ ਘਟਾਉਣੇ ਆਪਾਂ 32000 ਰੁਪਏ 800 ਇਹ ਵਧਿਆ ਆਪਣੇ ਕੋਲ ਤੇ ਨੈਕਸਟ 9360 ਰੁਪਏ ਤਾਂ ਇਹ ਆਪਣੇ ਕੋਲ ਆ ਗਿਆ ਜੀ 10160 ਤੇ 60 ਰੁਪਏ ਆਪਣਾ ਕੀ ਆ ਗਿਆ ਇੱਥੇ ਲਾਸ ਆ ਗਿਆ ਗੱਲ ਸਮਝ ਆ ਗਈ 10160 ਤੇ 60 ਰੁਪਏ ਆਪਣੇ ਕੋਲ ਕੀ ਆ ਗਿਆ ਇੱਥੇ ਲਾਸ ਆ ਗਿਆ ਨੈਕਸਟ ਆਪਣੇ ਕੋਲ ਆ ਗਿਆ ਜੀ ਬਿਜ਼ਨਸ ਪ੍ਰੋਫੈਸ਼ਨ ਨੈਕਸਟ ਆਪਣੇ ਕੋਲ ਕੀ ਆ ਜਾਂਦਾ ਇਹਦੇ ਵਿੱਚ ਬਿਜ਼ਨਸ ਵਾਸਤੇ ਅਗਰ ਆਪਾਂ ਯੂਜ਼ ਕਰੀਏ ਕੋਈ ਆਫ ਦੀ ਪ੍ਰੋਪਰਟੀ ਤਾਂ ਆਪਾਂ ਇੱਥੇ ਲਿਖ ਦਾਂਗੇ ਇਟ ਇਜ਼ ਟੂ ਬੀ considered under the head profit and gains from business and profession under the head business and profession ਤਾਂ ਇਹ ਆਪਣਾ ਕੁਐਸਚਨ ਪੂਰਾ ਫੁੱਲ ਫਲੈਜਡ ਸੋਲਵ ਹੋ ਗਿਆ ਇਹਦੇ ਆਪਾਂ ਨੂੰ ਫੁੱਲ ਮਾਰਕਸ ਮਿਲਣਗੇ ਗੱਲ ਸਮਝ ਆ ਗਈ ਇਸ ਤਰੀਕੇ ਦੇ ਨਾਲ ਕੁਐਸਚਨਸ ਨੂੰ ਆਪਾਂ ਪੂਰਾ ਫੁੱਲ ਫਲੈਜਡ ਬਿਨਾ ਕਿਸੇ ਪ੍ਰੋਬਲਮ ਤੋਂ ਆਪਾਂ ਨੇ ਕੀ ਕਰਨਾ ਹੈ ਸੋਲਵ ਕਰਨਾ ਹੈ ਹੁਣ ਤੁਸੀਂ ਕਹੋਗੇ ਕਿ ਰਿਪੇਅਰ ਦਾ ਇੰਸ਼ੋਰੈਂਸ ਦਾ ਇਹਦਾ ਤਾਂ ਆਪਾਂ ਕੁਝ ਕੀਤਾ ਹੀ ਨਹੀਂ ਬਿਲਕੁਲ ਕਰਨਾ ਵੀ ਨਹੀਂ ਕਿਉਂ ਨਹੀਂ ਕਰਨਾ ਕਿਉਂਕਿ ਇਹ ਖਰਚੇ ਜਿਹੜੇ ਹੁੰਦੇ ਸੀ ਨਾ ਪਹਿਲਾਂ ਕੰਸੀਡਰ ਕੀਤੇ ਜਾਂਦੇ ਸੀ ਜਦੋਂ ਹੁਣ ਆਪਾਂ ਨੂੰ ਸਟੈਂਡਰਡ ਡਿਡਕਸ਼ਨ ਹੀ ਮਿਲ ਗਈ ਤਾਂ ਆਪਾਂ ਇਹਨਾਂ ਖਰਚਿਆਂ ਦਾ ਵੀ ਕੁਝ ਨਹੀਂ ਕਰਨਾ ਚਾਹੇ ਕੁਝ ਦਿੱਤਾ ਹੋਵੇ ਇਹਨਾਂ ਨੇ ਆਪਾਂ ਨੂੰ ਰਿਪੇਅਰ ਦਿੱਤਾ ਇੰਸ਼ੋਰੈਂਸ ਦਿੱਤਾ ਕਈ ਵਾਰੀ ਫਾਇਰ ਇੰਸ਼ੋਰੈਂਸ ਵਰਡ ਯੂਜ਼ ਹੋ ਜਾਂਦਾ ਹੈ ਕਈ ਵਾਰੀ ਗਰਾਊਂਡ ਰੈਂਟ ਵਰਡ ਯੂਜ਼ ਹੋ ਜਾਂਦਾ ਹੈ ਕੋਈ ਵੀ ਵਰਡ ਜਿਹੜਾ ਹੈਗਾ ਉਹ ਯੂਜ਼ ਕਰ ਸਕਦੇ ਆ ਆਪਾਂ ਸਿਰਫ ਖਰਚਾ ਇੱਕ ਤਾਂ ਮਿਊਨਿਸਪਲ ਟੈਕਸ ਕੰਸੀਡਰ ਕਰਨਾ ਹੈ ਇੱਕ ਵਿਆਜ ਯੂਜ਼ ਕਰਨਾ ਹੈ ਬਸ ਬਾਕੀ ਸਾਰੇ ਦੇ ਸਾਰੇ ਖਰਚੇ ਆਪਾਂ ਕੁਐਸਚਨ ਦੇ ਵਿੱਚੋਂ ਕੀ ਕਰਦੇ ਨੇ ਹੁੰਦੇ ਆ ਇਗਨੋਰ ਕਰਦੇ ਨੇ ਹੁੰਦੇ ਆ ਗੱਲ ਸਮਝ ਆ ਗਈ ਇੱਕ ਬਸ ਮੈਂ ਤੁਹਾਨੂੰ ਉਹ ਜ਼ਰੂਰ ਦੱਸਿਆ ਸੀ ਕਿ ਖਰਚੇ ਜਿਹੜੇ ਕਈ ਵਾਰ ਕੀ ਹੁੰਦਾ ਹੈ ਐਕਚੁਅਲ ਰੈਂਟ ਦੇ ਨਾਲ ਤੁਹਾਡੇ ਤੋਂ ਕੁਝ ਚਾਰजेस ਲੈ ਲਏ ਜਾਂਦੇ ਆ ਜਿਵੇਂ ਲਿਫਟ ਚਾਰजेस ਹੋ ਗਏ ਲਿਫਟ ਦੀ ਮੇਨਟੇਨੈਂਸ ਐਕਸਪੈਂਸ ਹੋ ਗਏ ਜਾਂ ਗਾਰਡਨਰ ਦੀ ਸੈਲਰੀ ਹੋ ਗਈ ਜਾਂ ਇਲੈਕਟ੍ਰਿਸਿਟੀ ਬਿੱਲ ਹੋ ਗਿਆ ਵਾਟਰ ਬਿੱਲ ਹੋ ਗਿਆ ਹਨਾ ਕਾਮਨ ਚਾਰजेस ਜਿਹੜੇ ਤੁਹਾਡੇ ਤੋਂ ਰੈਂਟ ਦੇ ਨਾਲ ਹੀ ਚਾਰਜ ਕਰ ਲਏ ਜਾਂਦੇ ਆ ਤੁਸੀਂ ਸਿਰਫ ਉਹਨਾਂ ਨੂੰ ਮਾਈਨਸ ਕਰਕੇ ਰੀਅਲ ਰੈਂਟਲ ਵੈਲਿਊ ਕੈਲਕੂਲੇਟ ਕਰਕੇ ਉਹਦਾ ਕੰਪੈਰੀਜ਼ਨ ਇਸ ਹਿਸਾਬ ਨਾਲ ਕਰਦੇ ਹੋ ਵਿਚ ਐਵਰ ਇਜ਼ ਹਾਇਰ ਇਜ਼ ਜੀਏਬੀ ਉਹ ਕਾਮਨ ਖਰਚਿਆਂ ਦੇ ਕੇਸ ਸੀ मैंने जो इलस्ट्रेशन नंबर 2 ਉਹਦੇ ਨਾਲ ਰਿਲੇਟਡ ਕਰਾਈ ਸੀ ਉਹਦੇ ਨਾਲ ਰਿਲੇਟਡ ਨੂਮੈਰੀਕਲ ਵੀ ਐਗਜ਼ਾਮ ਚ ਆ ਜਾਂਦਾ ਹੈ ਇਸ ਕਰਕੇ ਉਹਨੂੰ ਸੋਲਵ ਕਰਨਾ ਹੈ ਸੋਡੀ ਬੁੱਕ ਦਾ ਅਨਸੋਲਵਡ ਬਿਲਕੁਲ ਆਖਰੀ ਵਾਲਾ ਨੂਮੈਰੀਕਲ ਉਹਦੇ ਨਾਲ ਹੀ ਰਿਲੇਟਡ ਹੈ ਗੱਲ ਸਮਝ ਆ ਗਈ ਤਾਂ ਇਸ ਤਰੀਕੇ ਦੇ ਨਾਲ ਆਪਣਾ ਇਹ ਕੁਐਸਚਨ ਕੰਪਲੀਟ ਹੋਇਆ ਹੁਣ ਜਿਹੜੀ ਨੈਕਸਟ ਇਲਸਟ੍ਰੇਸ਼ਨ ਆਪਾਂ ਕਰਨੀ ਹੈ ਆਪਸ਼ਨਸ ਵਾਲੀ ਉਹ ਆਪਾਂ ਇਲਸਟ੍ਰੇਸ਼ਨ ਨੰਬਰ 32 ਸੋਲਵ ਕਰਾਂਗੇ ਜਿਹਦੇ ਵਿੱਚ ਆਪਸ਼ਨਾਂ ਵਾਲਾ ਕੁਐਸਚਨ ਹੈ ਵੀ ਅਗਰ ਤਿੰਨੋਂ ਘਰ ਸੈਲਫ ਆਕੂਪਾਈਡ ਹੋਣ ਤਾਂ ਆਪਾਂ ਨੂੰ ਮੈਕਸਿਮਮ ਬੈਨੀਫਿਟ ਕੀ ਮਿਲੂਗਾ ਸਿਰਫ 2 ਘਰ ਸੈਲਫ ਆਕੂਪਾਈਡ ਹੋ ਸਕਦੇ ਆ ਸਮਝ ਗਏ ਤਾਂ ਆਪਾਂ ਨੂੰ ਇੱਕ ਘਰ ਨੂੰ ਡੀਐਲਓ ਮੰਨਣਾ ਪਊਗਾ ਡੀਮਡ ਟੂ ਬੀ ਲੈਟ ਆਊਟ ਠੀਕ ਹੈ ਨਾ ਕਿਹੜਾ ਘਰ ਮੰਨਣਾ ਡੀਮਡ ਟੂ ਬੀ ਲੈਟ ਆਊਟ ਉਹਦੀ ਟ੍ਰੀਟਮੈਂਟ ਹੈ ਜਿਹੜੀ ਆਪਾਂ ਅਗਲੀ ਇਲਸਟ੍ਰੇਸ਼ਨ ਨੰਬਰ 32 ਦੇ ਹਿਸਾਬ ਨਾਲ 32 ਦੇ ਅਕੋਰਡਿੰਗਲੀ ਆਪਾਂ ਸੋਲਵ ਕਰਦੇ ਹਾਂ ਗੱਲ ਸਮਝ ਆ ਗਈ ਤਾਂ ਇਸ ਕਰਕੇ ਇਹ ਕੁਐਸਚਨ ਅਗਰ ਕਿਸੇ ਨੂੰ ਕੋਈ ਡਾਊਟ ਹੋਇਆ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਕਲੀਅਰ ਹੈ ਉਸ ਤੋਂ ਨੈਕਸਟ ਆਪਣੇ ਕੋਲ ਅਗਲੀ ਜਿਹੜੀ ਇਲਸਟ੍ਰੇਸ਼ਨ ਹੈ ਉਹ ਆਪਾਂ ਜਸਟ ਸ਼ੁਰੂ ਕਰਦੇ ਹਾਂ 1 ਮਿੰਟ ਦੇ ਵਿੱਚ
ਸੀ ਉਨੀ ਦੇਰ ਇਸ ਨੂੰ ਦੇਖੋ, ਅਗਰ ਇਹਦੇ ਵਿੱਚ ਕੋਈ ਡਾਊਟ ਹੈ ਤਾਂ ਮੈਨੂੰ ਦੱਸੋ, ਠੀਕ ਹੈ ਜੀ।